ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਿਹਾ। ਇਹ ਨਹੀਂ ਕਹਿਣਾ ਚਾਹੀਦਾ ਸੀ ਉਹਨਾਂ ਨੂੰ, ਔਰ ਭਗਤ ਸਿੰਘ ਨੂੰ ਇਦਾਂ ਸਮਝਣਾ ਵੀ ਨਹੀਂ ਚਾਹੀਦਾ। ਉਹਨੂੰ ਲੋਕਾਂ ਨੇ ਤੁਹਾਡੀ ਲਾਜ ਰੱਖੀ ਆ ਕਿ ਨਹੀਂ ਤਾਂ ਪਿਛਲੀਆਂ 3-4 ਚੋਣਾਂ 'ਚ ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ। ਚੋਣਾਂ ਵੇਲੇ ਉਹ ਬੋਲ ਦਿੰਦੇ ਕਿ ਭਗਤ ਸਿੰਘ ਜਿਹੜਾ ਹੈਗਾ ਵੀ ਮੇਰੀ ਸੋਚ ਇਹ ਆ, ਤਾਂ ਫਿਰ ਇਹ ਰਿਜ਼ਲਟ ਕੁਝ ਹੋਰ ਆਉਂਦਾ। ਇਹ ਨਿੰਦਣਯੋਗ ਬਿਆਨ ਹੈ, ਇਹ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਦੇਣਾ ਚਾਹੀਦਾ ਸੀ। ਸਿੱਖ ਕੌਮ ਆਪਣੀ ਸਿੱਖ ਆਪਾਂ ਨੂੰ ਸਿੱਖ ਹੋਣ ਦੇ ਨਾਤੇ ਸਰਦਾਰ ਸਿਮਰਨਜੀਤ ਸਿੰਘ ਉਹਨਾਂ ਦਾ ਸਾਥ ਦੇਣਾ ਚਾਹੀਦਾ ਆਪਾਂ ਨੂੰ। ਜੇ ਆਪਾਂ ਚਾਹੁੰਦੇ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਕੋਰਡਿੰਗ ਆਪਾਂ ਰਾਜ ਕਰਨਾ ਚਾਹੁੰਦੇ ਹਾਂ ਫਿਰ ਤੋਂ, ਤਾਂ ਆਪਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਦਾ ਖੰਡਨ ਕਰਨਾ ਹੀ ਪੈਣਾ। ਤਾਈਓ ਖਾਲਸਾ ਰਾਜ ਦੀ ਨੀਂਹ ਧਰੀ ਜਾਊਗੀ। ਗੁਰੂ ਨਾਨਕ ਸਾਹਿਬ ਨੇ ਤਾਂ ਗੱਲ ਕਿਹੜੀ ਕੀਤੀ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਲੋਕ ਇੱਕ ਉਹ ਉਮੀਦ ਕਰਦੇ ਆ ਅੱਜ ਦੇ ਡੇਟ ਦੇ ਵਿੱਚ, ਅੱਜ ਦੇ ਸਮੇਂ 'ਚ, ਕਿ ਪੰਜਾਬ ਦੇ ਹੱਕੀ ਜਿਹੜੇ ਮਸਲੇ ਆ ਉਹ ਤੁਸੀਂ ਪਾਰਲੀਮੈਂਟ 'ਚ ਜਾ ਕੇ ਉਠਾਓਗੇ। ਕੇਜਰੀਵਾਲ ਦੀ ਸਰਕਾਰ ਹੈ ਜਿਹੜੀ ਰਾਘਵ ਚੱਡੇ ਦੇ ਥਰੂ ਦਿੱਲੀ ਤੋਂ ਚੱਲਦੀ ਹੈ, ਇਹਦੇ ਖਿਲਾਫ ਬੋਲਣਗੇ। ਬੀਜੇਪੀ RSS ਆ, ਉਹਦੇ ਸਭ ਤੋਂ ਪਹਿਲੇ ਏਜੰਡੇ ਕਮਿਊਨਿਸਟ ਨੇ, ਤੇ ਮੈਂ ਇਹ ਕਹਿਣਾ ਕਿ ਉਹਨਾਂ ਦੇ ਏਜੰਡੇ ਸਿੱਖ ਘੱਟ ਗਿਣਤੀਆਂ ਵੀ ਹੈਗੀਆਂ। ਇਹ ਨਿੰਦਣਯੋਗ ਬਿਆਨ ਹੈ, ਇਹ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਦੇਣਾ ਚਾਹੀਦਾ ਸੀ। ਭਗਤ ਸਿੰਘ ਦਾ ਇਸ ਤਰ੍ਹਾਂ ਉਹਨੂੰ ਇਦਾਂ ਮਾਪਣਾ, ਉਹਦੀ ਪੜਤਾਲ ਹੈ ਜਿਹੜੀ ਇਦਾਂ ਕਰਨੀ, ਇਹ ਨਿੰਦਣਯੋਗ ਬਿਆਨ ਹੈ। ਦੂਸਰਾ ਜਿਹੜਾ ਇਹ ਬਿਆਨ ਨਿਕਲਿਆ ਕਿਉਂ ਆ, ਇਹਦੀ ਜ਼ਰੂਰਤ ਕਿਉਂ ਪੈ ਗਈ। ਇਹ ਇੱਕ ਇਹੋ ਜਿਹਾ ਇਸ਼ੂ ਛੇੜਤਾ ਜਿਹਦੀ ਜ਼ਰੂਰਤ ਨਹੀਂ ਸੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਜਸਪ੍ਰੀਤ ਖਾਨ। ਪਿਛਲੇ ਦਿਨੀ ਸਿਮਰਜੀਤ ਸਿੰਘ ਮਾਨ ਇਸ ਵਿਵਾਦ ਦੇ ਘੇਰੇ 'ਚ ਘਿਰੇ ਹੋਏ ਨੇ। ਉਹਨਾਂ ਨੇ ਜੋ ਬਿਆਨ ਦਿੱਤਾ ਹੈ ਭਗਤ ਸਿੰਘ ਹੋਣਾ ਬਾਰੇ, ਉਸ ਬਿਆਨ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਦਾ ਤੇ ਇੱਥੋਂ ਦੀ ਜਿਹੜੀ ਆਰਗੇਨਾਈਜੇਸ਼ਨ ਨੇ ਉਹਨਾਂ ਜਥੇਬੰਦੀਆਂ ਦੇ ਕੀ ਬਿਆਨ ਨੇ, ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮਸਲੇ ਬਾਰੇ, ਆਓ ਸਾਰੇ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਇਹ ਵਿਵਾਦ ਕਿੱਥੇ ਤੇ ਕਿਵੇਂ ਛਿੜਿਆ। ਅਸੀਂ ਉਹਨਾਂ ਬਾਰੇ ਲਗਾਤਾਰ ਗੱਲ ਕਰਾਂਗੇ। ਆਓ ਇੱਥੋਂ ਦੇ ਵਿਦਿਆਰਥੀਆਂ ਨਾਲ ਤੁਹਾਨੂੰ ਮਿਲਾਉਂਦੇ ਹਾਂ ਜੀ। ਜਿਹੜਾ ਇਹ ਸਿਮਰਜੀਤ ਸਿੰਘ ਮਾਨ ਸਾਹਿਬ, ਹਾਂਜੀ, ਇਹਨਾਂ ਦਾ ਜਿਹੜਾ ਮੁੱਦਾ ਚੱਲ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹਦੇ 'ਚ ਪਹਿਲਾਂ ਤਾਂ ਜਿਹੜਾ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਿਹਾ, ਜਾਂ ਉਸ ਤੋਂ ਬਾਅਦ ਇਹ ਜਿਹੜਾ ਟੋਟਲ ਇੱਕ ਬਹਿਸ ਚੱਲ ਪਈ ਹੈ, ਤੇ ਅਸੀਂ ਇਸ ਬਿਆਨ ਦੀ ਤਾਂ ਨਿੰਦਾ ਕਰਦੇ ਹਾਂ। ਇਹ ਨਹੀਂ ਕਹਿਣਾ ਚਾਹੀਦਾ ਸੀ ਉਹਨਾਂ ਨੂੰ, ਔਰ ਭਗਤ ਸਿੰਘ ਨੂੰ ਇਦਾਂ ਸਮਝਣਾ ਵੀ ਨਹੀਂ ਚਾਹੀਦਾ। ਦੂਸਰਾ, ਅਸੀਂ ਉਸ ਬਿਆਨ ਦੀ ਵੀ ਨਿੰਦਾ ਕਰਦੇ ਹਾਂ ਜਿਹੜਾ ਇੱਕ ਖਟਕੜ ਕਲਾਂ ਦੇ ਵਿੱਚ ਜਸਵੰਤ ਸਿੰਘ ਨਾਂ ਦਾ ਬੰਦਾ, ਜਿਹਨੇ ਇਹ ਕਿਹਾ ਕਿ ਸਿਮਰਨਜੀਤ ਮਾਨ ਦੀ ਪੱਗ ਲਾ ਕੇ ਉਹਦੇ ਸਿਰ 'ਚ ਜੁੱਤੀਆਂ ਮਾਰਾਂਗੇ, ਉਸ ਬੰਦੇ ਦੇ ਖਿਲਾਫ ਤਾਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਪੰਜਾਬ ਦੇ ਵਿੱਚ ਲੋਕਾਂ ਨੂੰ ਲੜਾਉਣ ਦਾ, ਔਰ ਇਹ ਜਿਹੜੀ ਗੱਲ ਹੈ, ਇਸ ਤਰ੍ਹਾਂ ਦੀ ਵੀ ਨਹੀਂ ਗੱਲ ਹੋਣੀ ਚਾਹੀਦੀ ਗੀ, ਉਹ ਵੀ ਨਿੰਦਣਯੋਗ ਹੈਗਾ। ਪਰ ਇਹ ਜਿਹੜਾ ਮਸਲਾ ਖੜਾ ਹੋ ਗਿਆ ਕਿ ਅਸੀਂ ਤਾਂ ਆਸ ਇਹ ਕੀਤੀ ਸੀ ਸਿਮਰਨਜੀਤ ਮਾਨ ਤੋਂ ਕਿ ਜਿਹੜੇ ਪੰਜਾਬ ਦੇ ਹੱਕੀ ਮੁੱਦੇ ਆ, ਜਾਂ ਵੀ ਇੱਕ ਤੁਸੀਂ ਸੰਗਰੂਰ ਦੇ ਵਿੱਚ ਲੋਕਾਂ ਨੇ ਤੁਹਾਨੂੰ ਮਤਲਬ ਜਾਂਦੀ ਉਮਰੇ ਤੁਹਾਨੂੰ ਲੋਕਾਂ ਨੇ ਤੁਹਾਡੀ ਲਾਜ ਰੱਖੀ ਆ ਕਿ ਨਹੀਂ ਤਾਂ ਪਿਛਲੀਆਂ 3-4 ਚੋਣਾਂ 'ਚ ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ। ਪਰ ਲੋਕਾਂ ਨੇ ਜੇ ਲਾਜ ਰੱਖੀ ਹੈ ਤਾਂ ਲੋਕ ਇੱਕ ਉਹ ਉਮੀਦ ਕਰਦੇ ਆ ਅੱਜ ਦੇ ਡੇਟ ਦੇ ਵਿੱਚ, ਅੱਜ ਦੇ ਸਮੇਂ 'ਚ, ਕਿ ਪੰਜਾਬ ਦੇ ਹੱਕੀ ਜਿਹੜੇ ਮਸਲੇ ਆ ਉਹ ਤੁਸੀਂ ਪਾਰਲੀਮੈਂਟ 'ਚ ਜਾ ਕੇ ਉਠਾਓਗੇ। ਹੁਣ ਚਰਚਾ ਤਾਂ ਇਹ ਹੋਣੀ ਚਾਹੀਦੀ ਸੀ ਕਿ ਸਿਮਰਨਜੀਤ ਸਿੰਘ ਮਾਨ ਲੋਕ ਸਭਾ 'ਚ ਪਹੁੰਚੇ ਆ ਤੇ ਉੱਥੇ ਜਾ ਕੇ ਉਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ, ਮੰਨ ਲਓ ਪੰਜਾਬ ਦੇ BBMB ਬੋਰਡ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਨੇ ਘੁਸਪੈਠ ਕੀਤੀ ਹੈ, BSF ਦਾ ਘੇਰਾ ਵਧਾਇਆ,
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਉਹਦਾ ਕੇਂਦਰੀਕਰਨ ਕੀਤਾ ਜਾ ਰਿਹਾ। ਚਲੋ ਚੰਡੀਗੜ੍ਹ ਦਾ ਵੀ ਮਸਲਾ ਹੈਗਾ ਵੀ ਸਾਡੀ ਰਾਜਧਾਨੀ ਨਹੀਂ ਮਿਲੀ। ਸਾਨੂੰ ਇਹ ਸੀਗਾ ਕਿ ਮਾਨ ਸਾਹਿਬ ਜਿਹੜੇ ਹੈਗੇ ਉੱਥੇ ਜਾ ਕੇ ਇਹ ਮੁੱਦੇ ਉਠਾਉਣਗੇ। ਕੇਜਰੀਵਾਲ ਦੀ ਸਰਕਾਰ ਹੈ ਜਿਹੜੀ ਰਾਘਵ ਚੱਡੇ ਦੇ ਥਰੂ ਦਿੱਲੀ ਤੋਂ ਚੱਲਦੀ ਹੈ, ਇਹਦੇ ਖਿਲਾਫ ਬੋਲਣਗੇ। ਪਰ ਉਹਨਾਂ ਨੇ ਕੀ ਇੱਕ ਇਹੋ ਜਿਹਾ ਇਸ਼ੂ ਛੇੜਤਾ ਜਿਹਦੀ ਜ਼ਰੂਰਤ ਨਹੀਂ ਸੀ ਹੈ। ਇਸ ਕਰਕੇ ਨਿੰਦਣਯੋਗ ਹੈ। ਔਰ ਭਗਤ ਸਿੰਘ ਦਾ ਇਸ ਤਰ੍ਹਾਂ ਉਹਨੂੰ ਇੱਦਾਂ ਮਾਪਣਾ, ਉਹਦੀ ਪੜਤਾਲ ਹੈ ਜਿਹੜੀ ਇੱਦਾਂ ਕਰਨੀ ਕਿ ਭਗਤ ਸਿੰਘ ਅੱਜ ਵੀ ਜਿੰਨੇ ਸੰਘਰਸ਼ ਸੜਕਾਂ ਤੇ ਲੜੇ ਜਾ ਰਹੇ ਆ, ਪੰਜਾਬ ਦੇ ਹੱਕੀ ਸੰਘਰਸ਼ ਹੈ ਜਿਹੜੇ, ਜਾਂ ਪੰਜਾਬ ਦੇ ਮੁੱਦੇ ਨੇ, ਜਾਂ ਇਹ ਕਹਿ ਲਈਏ ਕਿ ਕਿਰਤੀਆਂ ਦੇ ਲੋਕਾਂ ਦੇ ਉਹ ਨੇ, ਉਹਨਾਂ ਸਾਰੇ ਲਈ ਲੋਕ ਭਗਤ ਸਿੰਘ ਨੂੰ ਆਪਣਾ ਪ੍ਰੇਰਨਾ ਦਾ ਚਿੰਨ੍ਹ ਮੰਨਦੇ ਆ। ਤੇ ਇਹ ਨਿੰਦਣਯੋਗ ਬਿਆਨ ਹੈ। ਇਹ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਦੇਣਾ ਚਾਹੀਦਾ ਸੀ। ਦੂਸਰਾ ਜਿਹੜਾ ਇਹ ਬਿਆਨ ਨਿਕਲਿਆ ਕਿਉਂ ਆ, ਇਹਦੀ ਜ਼ਰੂਰਤ ਕਿਉਂ ਪੈ ਗਈ? ਇਹ ਬਿਆਨ ਵੈਸੇ ਤਾਂ ਮਾਨ ਦੇ ਜਿਹੜੇ ਉਹਨਾਂ ਦੀ ਆਪਣੀ ਇੱਕ ਆਈਡੀਓਲੋਜੀ ਆ, ਉਹ ਪਹਿਲਾਂ ਵੀ ਇਸ ਇਸ਼ੂ ਤੇ ਬੋਲਦੇ ਰਹੇ ਆ। ਇੱਥੋਂ ਤੱਕ ਕਿ ਕੋਰਟ ਦੇ ਵਿੱਚ ਕੇਸ ਵੀ ਹੋਇਆ ਸੀ ਕਿ ਜਿਹੜਾ ਹੈਗਾ ਉਹ ਕੇਸ ਹੈ ਜਿਹੜਾ ਉਹ ਨਿਬੇੜਾ ਕੀਤਾ ਗਿਆ, ਔਰ ਸਿਮਰਨਜੀਤ ਮਾਨ ਦੇ ਹੱਕ 'ਚ ਫੈਸਲਾ ਵੀ ਹੋਇਆ ਸੀ ਕਿ ਤੁਸੀਂ ਬੋਲ ਸਕਦੇ ਹੋ। ਉੱਦਾਂ ਤਾਂ ਭਾਰਤ ਸਰਕਾਰ ਇਹ ਕਹਿ ਦਿੰਦੀ ਹੈ ਕਿ ਖਾਲਿਸਤਾਨ ਬੋਲਣਾ ਜਿਹੜਾ ਹੈਗਾ ਇਹ ਭਾਰਤੀ ਸੰਵਿਧਾਨ ਹੈ, ਇਹ ਆਜ਼ਾਦੀ ਦਿੰਦਾ, ਤੇ ਸਿਮਰਨਜੀਤ ਸਿੰਘ ਮਾਨ ਖੁੱਲ੍ਹੇਆਮ ਬੋਲਦੇ ਆ। ਪਰ ਸਾਡੇ ਨਵਾਂ ਸ਼ਹਿਰ ਵਾਲੇ ਪਾਸੇ ਜਿਹੜੇ 3 ਸਾਡੇ ਨੌਜਵਾਨ ਚੱਕੇ ਗਏ, ਉਹ ਸਿਰਫ ਇਸ ਕਰਕੇ ਚੱਕੇ ਗਏ ਕਿ ਉਹਨਾਂ ਕੋਲ ਇੱਕ ਜਿਹੜੀ ਉਹ ਇੱਕ ਕਿਤਾਬਚਾ ਹੀ ਸੀ, ਉਹਦੇ ਵਿੱਚ ਕੁਝ ਹੈ ਹੀ ਨਹੀਂ ਸੀ। ਉਹਨਾਂ ਨੇ ਆਨੰਦਪੁਰ ਸਾਹਿਬ ਤੋਂ ਇੱਕ ਕੜਾ ਖਰੀਦਿਆ, ਉੱਥੋਂ ਇੱਕ ਰੁਮਾਲਾ ਖਰੀਦਿਆ, ਜਾਂ 1-2 ਚੀਜ਼ਾਂ ਇੱਦਾਂ ਲਈਆਂ, ਔਰ ਅੱਜ ਤੱਕ ਉਹ ਜੇਲ੍ਹ 'ਚ ਨੇ। ਮੈਂ ਤਾਂ ਇਹ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਬਾਰੇ ਬੋਲਣਾ ਨਹੀਂ ਚਾਹੀਦਾ ਸੀ। ਇਸ ਕਰਕੇ ਇਹਦੇ 'ਚ ਸ਼ਰਾਰਤ ਲੱਗਦੀ ਆ ਵੀ ਇਹ ਜਿਹੜਾ ਇਸ਼ੂ ਉਛਾਲਿਆ ਗਿਆ ਨਾ ਦੁਬਾਰੇ, ਇਹ ਸੰਗਰੂਰ ਦੀਆਂ ਚੋਣਾਂ ਵੇਲੇ ਕਿਉਂ ਨਹੀਂ ਨਿਤਾਰਿਆ ਗਿਆ? ਚੋਣਾਂ ਵੇਲੇ ਉਹ ਬੋਲ ਦਿੰਦੇ ਕਿ ਭਗਤ ਸਿੰਘ ਜਿਹੜਾ ਹੈਗਾ ਵੀ ਮੇਰੀ ਸੋਚ ਇਹ ਆ, ਤਾਂ ਫਿਰ ਇਹ ਰਿਜ਼ਲਟ ਕੁਝ ਹੋਰ ਆਉਣਾ ਸੀ। ਵੀ ਚਲੋ ਹੁਣ ਤੁਸੀਂ ਇਹ ਬੇਬੁਨਿਆਦ ਦੀ ਜਿਹੜੇ ਮਸਲੇ ਨੇ, ਔਰ ਇਹੀ ਆਮ ਆਦਮੀ ਪਾਰਟੀ ਨੂੰ ਵੀ ਚਾਹੀਦਾ ਸੀ ਕਿ ਮਾਨ ਇੱਕ ਇਦਾਂ ਦਾ ਬਿਆਨ ਦੇ ਦੇ ਤੇ ਸਾਡੇ ਤੇ ਜਿਹੜਾ ਪੰਜਾਬੀਆਂ ਨੇ ਇੱਕ ਤਲਵਾਰ ਲਟਕਾਈ ਹੈ ਕਿ ਤੁਸੀਂ ਚੱਡੇ ਦੇ ਥਰੂ ਜਿਹੜੀ ਉਹ ਸਾਰਾ ਕੁਝ ਕਰ ਰਹੇ ਹੋ। ਤਾਂ ਜਿੰਨੇ ਇਹ ਮੱਤੇਵਾੜੇ ਦੇ ਜੰਗਲ ਦਾ ਮਸਲਾ ਹੋਇਆ, ਇਹਦੇ ਨਾਲ ਅੱਜ ਪੰਜਾਬ ਦੇ ਵਿੱਚ ਸਾਰੀ ਨਰਮੇ ਪੱਟੀ ਹੈ ਜਿਹੜੀ, ਲੋਕ ਨਰਮਾ ਵਾਹ ਰਹੇ ਆ। ਸੁੰਡੀ ਦਾ ਹਮਲਾ ਹੋਇਆ, ਜਿੰਨੇ ਵਿਦਿਆਰਥੀ ਨੇ ਜਾਂ ਜਿਹੜੇ ਅਧਿਆਪਕ ਨੇ ਭਗਵੰਤ ਮਾਨ ਦੀ ਕੋਠੀ ਘੇਰੀ ਬੈਠੇ ਆ, ਠੀਕ ਹੈ, ਆਹ ਪੰਜਾਬੀ ਯੂਨੀਵਰਸਿਟੀ 'ਚ ਅਧਿਆਪਕ ਬੈਠੇ ਆ। ਇਹ ਜਿਹੜੇ ਸਾਰੇ ਮਸਲੇ ਆਮ ਆਦਮੀ ਪਾਰਟੀ ਸੀਗੀ, ਉਹਨੂੰ ਇਹ ਸੀਗਾ ਕਿ ਕੋਈ ਮੁੱਦਾ ਇਹੋ ਜਿਹਾ ਛਿੜ ਗਿਆ ਤੇ ਅਸੀਂ ਹੁਣ ਮੌਕਾ ਸਾਂਭ ਲਈਏ। ਪੀਲੀਆਂ ਪੱਗਾਂ ਬੰਨ੍ਹ ਕੇ ਕੋਈ ਭਗਵੰਤ ਮਾਨ ਨੇ ਵੀ ਭਗਤ ਸਿੰਘ ਦੀ ਸੋਚ ਤੇ ਪਹਿਰਾ ਨਹੀਂ ਦਿੱਤਾ। ਇਸ ਕਰਕੇ ਦੂਜਾ ਸਿਮਰਨਜੀਤ ਮਾਨ ਹੋਰਾਂ ਦੀ ਅਸੀਂ ਆਲੋਚਨਾ ਇਸ ਕਰਕੇ ਕਰਦੇ ਹਾਂ ਕਿ ਤੁਹਾਨੂੰ ਪੰਜਾਬੀਆਂ ਨੇ ਭੇਜਿਆ ਕਿਸ ਕੰਮ ਹੈ ਤੇ ਤੁਸੀਂ ਕਿਹੜੀ ਕੰਟਰੋਵਰਸੀ ਖੜੀ ਕਰ ਰਹੇ ਹੋ। ਅਗਲੀ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਹੈ ਜਿਹੜੇ, ਉਹਨਾਂ ਨੂੰ ਕਿਸੇ ਤੋਂ ਸ਼ਹਾਦਤ ਦਾ, ਦੇਸ਼ ਭਗਤੀ ਦਾ, ਪੰਜਾਬ ਪ੍ਰਸਤੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਭਗਤ ਸਿੰਘ ਦਾ ਕੱਦ ਬਹੁਤ ਵੱਡਾ, ਉਹ ਅੱਜ ਦੇ ਸਮੇਂ ਕੋਈ ਲੀਡਰ ਦੇ ਕੱਦਾਂ ਤੋਂ ਉਹ ਵੱਡਾ ਹੈ। ਤੇ ਉਹਦੇ ਤੋਂ ਜਿਹੜੀ ਦੂਜੀ ਗੱਲ ਉਹਨਾਂ ਨੇ, ਅਸੀਂ ਕੀ ਕਰਦੇ ਨਾ, ਪੰਜਾਬੀਆਂ ਦੀ ਇੱਕ ਖਾਸ ਦਿੱਕਤ ਆ, ਅਸੀਂ ਭਾਵੁਕਤਾ ਦੇ ਵਿੱਚੋਂ ਫੈਸਲੇ ਲੈਂਦੇ ਆ। ਸਾਨੂੰ ਫਿਰ ਹੁਣ ਅੱਜ ਕੱਲ੍ਹ ਇੱਕ ਨਵਾਂ ਦੌਰ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਹੁੰਦਾ ਕੀ ਹੈ, ਇੱਕ ਬੰਦਾ ਕੋਈ ਗੱਲ ਕਹਿ ਦਿੰਦਾ ਤੇ ਇੱਕ ਧਿਰ ਫਿਰ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਜਾਂਦੀ ਹੈ। ਜੇ ਦੂਜੀ ਧਿਰ ਕੁਝ ਕਹਿ ਦਿੰਦੀ ਹੈ ਤਾਂ ਫਿਰ ਉਹਨੂੰ ਦੂਜੀ ਧਿਰ ਗਾਲਾਂ ਕੱਢਣ ਲੱਗ ਜਾਂਦੀ ਹੈ। ਤੇ ਜਿਹੜਾ ਗੁਰੂ ਸਾਹਿਬ ਦਾ ਫਲਸਫਾ ਹੈਗਾ, ਹੁਣ ਸਾਡੇ ਇੱਥੇ ਸਿਧਾਂਤਕ ਪੈਂਤੜੇ ਤੋਂ ਗੱਲ ਨਹੀਂ ਕਰਦਾ ਕੋਈ, ਜਿਹਦੇ ਵਿੱਚ ਕੋਈ ਥਾਟ ਪ੍ਰੋਸੈਸ ਹੋਵੇ। ਹੁਣ ਸੋਚਣਾ ਇਹਦੇ 'ਚ ਸਾਰਾ ਇਹ ਹੈ ਕਿ ਜਿਹੜੀ ਸਿੱਖ ਕੌਮ ਆ, ਜਿਹੜਾ ਸਿੱਖ ਫਲਸਫਾ ਹੈਗਾ, ਗੁਰੂ ਨਾਨਕ ਸਾਹਿਬ ਨੇ ਤਾਂ ਗੱਲ ਕਿਹੜੀ ਕੀਤੀ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਜਿੱਥੇ ਨੀਚ ਸੰਭਾਲੀ ਹੈ ਨਾ, ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਹੁਣ ਇਹਦਾ ਮੈਨੂੰ ਬਹੁਤਾ ਗਿਆਨ ਨਹੀਂਗਾ, ਪਰ ਮੈਨੂੰ ਜਿੰਨੀ ਕਿ ਥੋੜ੍ਹੀ ਬਹੁਤ ਸਮਝ ਆ ਕਿ ਗੁਰੂ ਸਾਹਿਬ ਨੇ ਇਹ ਗਿਆਨ ਦਿੱਤਾ ਸੀ ਕਿ ਨੀਚ ਤੋਂ ਨੀਚ, ਗਰੀਬ ਤੋਂ ਗਰੀਬ ਤੇ ਛੋਟੀ ਜਾਤ ਦਾ ਨਾਨਕ ਉਹਨਾਂ ਦੇ ਸੰਗ ਆ। ਨਾਨਕ ਦੀ ਬਾਣੀ, ਨਾਨਕ ਦਾ ਸਿੱਖੀ ਦਾ ਸਿਧਾਂਤ ਉਹਨਾਂ ਦੇ ਸੰਗ ਹੈ। ਤੇ ਇਹ ਪਰੰਪਰਾ ਹੈ ਪੰਜਾਬ ਦੀ। ਪੰਜਾਬੀ ਉਹਨੂੰ ਆਪਣਾ ਤਾਜ ਮੰਨਦੇ ਆ ਜਿਹੜਾ ਇਸ ਤਰ੍ਹਾਂ ਨੀਵਿਆਂ ਦੇ ਹੱਕ 'ਚ ਖੜ੍ਹ ਕੇ ਲੜਦਾ ਹੋਵੇ। ਤੇ ਉਸ ਤੋਂ ਬਾਅਦ ਬਾਬਾ ਬੰਦਾ ਬਹਾਦਰ, ਜਾਂ ਜਿਹੜਾ ਸਿੱਖ ਮਹਾਰਾਜਾ ਰਣਜੀਤ ਸਿੰਘ ਦਾ ਮਸਲਾ ਹੈਗਾ, ਸਿੱਖੀ ਦੀ ਜਿਹੜੀ ਫੈਬਰਿਕ ਆ ਉਹ ਸੈਕੂਲਰ ਆ। ਗੁਰੂ ਸਾਹਿਬ ਦੀ ਜਿਹੜੀ ਸਾਰੀ ਉਹ ਹੈਗੀ ਉਹ ਧਰਮ ਨਿਰਪੱਖ ਆ। ਇਹ ਦੂਜਿਆਂ ਨੂੰ ਵੀ ਕਲਾਵੇ 'ਚ ਲੈਣ ਵਾਲੀ ਆ, ਸਰਬ ਸਾਂਝੀਵਾਲਤਾ ਦਾ ਹੈਗਾ। ਈਵਨ ਸਿੱਖੀ ਦੇ ਵਿੱਚ ਤਾਂ ਇਹ ਕਿਹਾ ਕਿ
ਕੁਛ ਕਹੀਏ ਕੁਛ ਸੁਣੀਏ ਕੁਛ ਕਹੀਏ ਨਾਨਕ ਵੀ ਸੰਵਾਦ ਦੀ ਇਦੋਂ ਵੱਡੀ ਕਿਤੇ ਉਦਾਹਰਨ ਨਹੀਂ ਹੈ। ਵਿੱਦਿਆ ਬਾਰੇ ਸ਼ਬਦ ਬਾਰੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਸਾਡੀ ਯੂਨੀਵਰਸਿਟੀ ਦੀ ਧੁਨੀ ਹੈ। ਉਹ ਸਾਡੇ ਕਈਆਂ ਨੇ ਇਹ ਸਮਝ ਰੱਖਿਆ ਕਿ ਵਿਚਾਰੀ ਵੀ ਇਹ ਕੋਈ ਵਿਚਾਰੀ ਜੀ ਚੀਜ਼ ਹੈ, ਪਰ ਅਸਲ 'ਚ ਉਹਦਾ ਹੈਗਾ ਕਿ ਵਿਚਾਰੀ ਜਿਹੜੀ ਵਿੱਦਿਆ ਬੈਠ ਕੇ ਵਿਚਾਰਨਯੋਗ ਹੈ ਉਹ ਪਰਉਪਕਾਰ ਕਰਦੀ ਹੈ। ਤੇ ਹੁਣ ਇੱਥੋਂ ਖੜ ਕੇ ਦੇਖੀਏ ਅਸੀਂ ਗਾਲਾਂ ਕੱਢਣ ਲੱਗੇ ਹੋਏ ਹਾਂ। ਭਗਤ ਸਿੰਘ ਕੀ ਉਹ ਅੰਗਰੇਜ਼ਾਂ ਦਾ ਸੀ? ਬਸਤੀਵਾਦ ਦੇ ਖਿਲਾਫ ਲੜਦਾ ਹੋਇਆ ਇੱਕ ਨੌਜਵਾਨ ਆਪਣੀ ਸ਼ਹਾਦਤ ਦੇ ਗਿਆ, ਸੁਪਰੀਮ ਸੈਕਰੀਫਾਈਸ ਕਰ ਗਿਆ। ਉਹ ਸਾਡਾ ਨਾਇਕ ਨਹੀਂ ਹੈ? ਇੰਨਾ ਅਸੀਂ ਉਹਨੂੰ ਨੀਵਾਂ ਕਰਕੇ ਦੇਖ ਰਹੇ ਹਾਂ। ਦੂਜੀ ਗੱਲ, ਕਈ ਵਾਰੀ ਇਤਿਹਾਸ ਦੇ ਵਿੱਚ ਕੁਝ ਗੱਲਾਂ ਕੰਟੈਕਸਚੁਅਲ ਹੁੰਦੀਆਂ ਵੀ ਜਿਹੜੀਆਂ ਖਾਸ ਸੰਦਰਭ ਦੇ ਵਿੱਚ ਹੁੰਦੀਆਂ। ਜੇ ਅੱਜ ਆਪਾਂ 1915 ਤੋਂ ਲੈ ਕੇ ਤੇ 1932-33 ਵਾਲੇ ਵਰ੍ਹੇ ਦੇਖੀਏ ਤਾਂ ਉਹਨਾਂ ਵਰ੍ਹਿਆਂ ਦੇ ਵਿੱਚ ਇੰਡੀਆ ਦੇ ਇਤਿਹਾਸ 'ਚ ਜਾਂ ਪੰਜਾਬ ਦੇ ਇਤਿਹਾਸ 'ਚ ਬੜਾ ਕੁਝ ਵਾਪਰਿਆ। ਉਹਨਾਂ ਦੇ ਵਿੱਚ ਗਦਰ ਲਹਿਰ ਵਾਪਰੀ ਹੈ, ਉਹਨਾਂ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਇਆ। ਅਸੀਂ ਇੱਥੇ ਲੜ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਰਿਸਰਚ ਦੀ ਚੇਅਰ ਕਰਵਾਈ ਕਿ ਸਰਾਭਾ ਕਿਉਂ ਨਹੀਂ ਫਰੰਟ ਤੇ ਆ ਰਿਹਾ, ਸਰਾਭੇ ਬਾਰੇ ਖੋਜ ਕਰੀ ਜਾਵੇ। ਅਸੀਂ ਤਾਂ ਲੜਦੇ ਹਾਂ ਇਹਦੇ ਲਈ। ਸਰਦਾਰ ਊਧਮ ਸਿੰਘ ਆ, ਉਹਨਾਂ ਲਈ ਭਗਤ ਸਿੰਘ ਆ, ਗਦਰੀ ਬਾਬੇ ਨੇ। ਈਵਨ ਉਸ ਤੋਂ ਬਾਅਦ ਇੰਨਾ ਹੀ ਸਾਲਾਂ ਦੇ ਵਿੱਚ RSS ਬਣਦੀ ਆ 1925 'ਚ, ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਆ। ਇੰਨਾ ਹੀ ਸਮਿਆਂ ਦੇ ਵਿੱਚ ਬੜਾ ਕੁਝ ਇੰਡੀਆ ਦੇ ਵਿੱਚ ਬਣਦਾ ਔਰ ਇੰਡੀਅਨ ਕਮਿਊਨਿਸਟ ਲਹਿਰ ਦੀ ਸਥਾਪਨਾ ਹੁੰਦੀ ਆ। ਹੁਣ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ, ਜਿਹੜੀ ਇੱਕ ਆ ਵਜ੍ਹਾ ਜਿਹੜੀ ਚੱਲੀ ਹੋਈ ਆ ਨਾ ਕਿ ਸਿੱਖ ਵਰਸਸ ਕਾਮਰੇਡ, ਇਹ ਸਾਰੀ ਜਿਹੜੀ ਬਹਿਸ ਹੈ ਇਹ ਬਹਿਸ ਤਰਲ ਪੱਧਰ ਦੀ ਹੈ, ਸਤ੍ਹਾ ਪੱਧਰ ਦੀ ਹੈ। ਜੇ ਡੰਗਾਈ 'ਚ ਜਾਵਾਂਗੇ ਇੱਕ ਦੂਜੇ ਨੂੰ ਰਿਸਪੈਕਟ ਨਾਲ ਦੇਖੀਏ ਤਾਂ ਉਹ ਵੀ ਜਿਹੜੇ ਹੈਗੇ ਨੇ ਕੋਈ ਕੁਛ ਪੁਰਾਣੀਆਂ ਪੀੜ੍ਹੀਆਂ ਦੇ ਇਤਰਾਜ਼ ਨੇ ਕਿ ਇੱਕ ਪਾਸੇ ਕੋਈ ਕਹਿ ਦਿੰਦਾ ਇਹ ਫਲਾਨੇ ਨੇ ਜੀ, ਇਹ ਰੱਬ ਨੂੰ ਨਹੀਂ ਮੰਨਦੇ, ਕੋਈ ਉਹਨਾਂ ਦਾ ਨਾਂ ਲੈ ਦਿੰਦਾ ਲਾਲ ਲੀਰਾ ਨੇ, ਕੋਈ ਇਹ ਕਹਿ ਦਿੰਦਾ ਹੈਗਾ ਇਹ ਕਾਮਰੇਡ ਲਾਣਾ ਇੱਦਾਂ, ਅਤੇ ਕੋਈ ਸਿੱਖਾਂ ਬਾਰੇ ਕਹਿ ਦਿੰਦਾ ਕਿ ਇਹ ਸਿਖੜੇ ਐਵੇਂ ਨੇ। ਮੇਰਾ ਤਾਂ ਸਾਰਿਆਂ 'ਤੇ ਇਤਰਾਜ਼ ਆ ਕਿ ਜਦੋਂ ਵੀ ਤੁਸੀਂ ਇੱਕ ਫਲਸਫੇ ਨੂੰ, ਇੱਕ ਵਿਚਾਰਧਾਰਾ ਨੂੰ ਡੀਲ ਕਰਦੇ ਹੋ, ਤੁਹਾਨੂੰ ਇੱਕ ਇੱਜ਼ਤ ਸਨਮਾਨ ਰਿਸਪੈਕਟ ਨਾਲ ਗੱਲ ਕਰਨੀ ਚਾਹੀਦੀ ਹੈ। ਇਹਦੇ ਵਿੱਚੋਂ ਹੁਣ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦੀ ਇੰਟਰਵਿਊ ਆਈ ਆ, ਉਹਨਾਂ ਨੇ ਕਿਹਾ ਕਿ ਜੋ BJP RSS ਆ ਉਹਦੇ ਸਭ ਤੋਂ ਪਹਿਲੇ ਏਜੰਡੇ ਕਮਿਊਨਿਸਟ ਨੇ, ਅਤੇ ਮੈਂ ਇਹ ਕਹਿਣਾ ਕਿ ਉਹਨਾਂ ਦੇ ਏਜੰਡੇ ਸਿੱਖ ਘੱਟ ਗਿਣਤੀਆਂ ਵੀ ਹੈਗੀਆਂ, ਅਤੇ ਕਿਉਂ ਨਾ ਆਪਾਂ ਲੜ ਕੇ ਕਿਸੇ ਪਾਸੇ ਵਧੀਏ। ਇਸ ਕਰਕੇ ਜਿਹੜਾ ਸਿਮਰਨਜੀਤ ਮਾਨ ਹੋਰਾਂ ਨੇ ਇਹ ਬਿਆਨ ਦਿੱਤਾ, ਇਹ ਬਿਆਨ ਨਿੰਦਣਯੋਗ ਆ। ਉਹਨਾਂ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ। ਭਗਤ ਸਿੰਘ ਅੱਜ ਵੀ ਸਾਡਾ ਰਾਹ ਦਰਸੇਵਾ ਹੈਗਾ, ਪਰ ਸਾਡਾ ਰਾਹ ਦਰਸੇਵਾ ਗੁਰੂ ਨਾਨਕ ਸਾਹਿਬ ਵੀ ਹੈਗੇ ਆ, ਅਤੇ ਇਸ ਕਰਕੇ ਇਹ ਬੇਬੁਨਿਆਦ ਬੇਲੋੜਾ ਜਿਹੜਾ ਹੈਗਾ, ਔਰ ਸਿੱਖੀ ਦਾ ਵੀ ਲੰਬਰਦਾਰ ਜਿਹੜਾ ਹੈਗਾ ਉਹ ਸਿਮਰਨਜੀਤ ਮਾਨ ਨਹੀਂ ਹੈਗੇ, ਉਹ ਸਿੱਖ ਸੰਗਤ ਹੋਰ ਹੈਗੀ ਆ। ਤਾਂ ਇਸ ਕਰਕੇ ਅਸੀਂ ਉਹਨਾਂ ਦੀ ਆਲੋਚਨਾ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਅੱਗੇ ਤੋਂ ਇਹੋ ਜਿਹੇ ਬੁਨਿਆਦ ਜਿਹੜੇ ਮਸਲੇ ਨਾ ਉਠਾਉਣ, ਬਲਕਿ ਆਮ ਆਦਮੀ ਖਿਲਾਫ ਅਤੇ ਦਿੱਲੀ ਦੇ ਖਿਲਾਫ ਪੰਜਾਬ ਦੇ ਹੱਕੀ ਮੁੱਦਿਆਂ 'ਤੇ ਗੱਲ ਕਰਨ। ਦੇਖੋ ਜੀ, ਜੋ ਸਰਦਾਰ ਸਿਮਰਨਜੀਤ ਸਿੰਘ ਮਾਨਯੋਗ ਨੇ, ਪੰਜਾਬ ਦੇ ਮਤਲਬ ਮਾਨਯੋਗ ਪਰਸਨੈਲਿਟੀ ਨੇ, ਸਿੱਖ ਰਾਜਨੀਤੀ ਕਰਦੇ ਨੇ, ਜਿੰਨੇ ਮੁੱਦਿਆਂ 'ਤੇ ਇਲੈਕਸ਼ਨ ਜਿੱਤ ਕੇ ਗਏ ਨੇ, ਬੰਦੀ ਸਿੰਘਾਂ ਦੀ ਰਿਹਾਈ ਜਾਂ ਪੰਜਾਬ ਦੇ ਹੋਰ ਮੁੱਦੇ ਨੇ, ਉਹ ਮੁੱਦਿਆਂ 'ਤੇ ਧਿਆਨ ਦੇਣ, ਇਹੋ ਜਿਹੇ ਬਿਆਨ ਨਾ ਦੇਣ ਜਿਹੜੇ ਵੀ ਪੰਜਾਬੀ ਲੋਕਾਂ ਨੂੰ ਆਪਸ 'ਚ ਟਕਰਾਉਂਦੇ ਹੋਣ। ਕਿਉਂਕਿ ਪੰਜਾਬੀ ਲੋਕਾਂ ਦੇ ਮਨਾਂ ਦੇ ਵਿੱਚ, ਪੂਰੀ ਦੁਨੀਆ ਦੇ ਮਨਾਂ ਦੇ ਵਿੱਚ ਭਗਤ ਸਿੰਘ ਇੱਕ ਉਹ ਚਿਹਰਾ, ਇੱਕ ਉਹ ਰਾਜਨੀਤੀਮਾਨ, ਇੱਕ ਉਹ ਸ਼ਹੀਦ ਹੈ ਜਿਹੜਾ ਇੱਕ ਦੱਬੇ ਕਿਤੇ ਲੋਕਾਂ ਲਈ ਲੜਦਾ ਸੀ। ਇੱਕ ਸਮਾਜਵਾਦ, ਇੱਕ ਬਰਾਬਰੀ ਵਾਲਾ ਸਾਡਾ ਸਮਾਜ 'ਚ ਹੁੰਦਾ ਜੀ, ਜੋ ਸਾਡੇ ਸਿੱਖ ਗੁਰੂ ਸੋਚਦੇ ਸੀ ਵੀ ਕਿ ਬਰਾਬਰੀ ਹੋਣੀ ਚਾਹੀਦੀ ਹੈ, ਗਰੀਬ ਮੇਰ ਨਹੀਂ ਹੋਣਾ ਚਾਹੀਦਾ ਹੈਗਾ, ਮਲਕ ਭਾਗੋ ਨਹੀਂ ਹੋਣਾ ਚਾਹੀਦੇ, ਭਾਈ ਲਾਲੋਂ ਰਾਜ ਹੋਣਾ ਚਾਹੀਦਾ ਹੈ। ਉਸ ਤਰ੍ਹਾਂ ਰਾਜ ਦਾ ਇੱਕ ਧਾਰਨੀ ਬੰਦਾ ਸੀ। ਸਾਨੂੰ ਇਹ ਵਿਵਾਦ 'ਚ ਨਹੀਂ ਪੈਣਾ ਚਾਹੀਦਾ ਕਿ ਵੀ ਉਹ ਅੱਤਵਾਦੀ ਨਹੀਂ ਹੈਗਾ। ਸਰਕਾਰਾਂ ਲਈ ਤਾਂ ਉਹ ਲੋਕ ਅੱਤਵਾਦੀ ਹੁੰਦੇ, ਸਰਕਾਰਾਂ ਖਿਲਾਫ ਲੜਦੇ ਨੇ ਜਾ ਕੇ। ਇਸ ਕਰਕੇ ਭਗਤ ਸਿੰਘ ਉਹ ਸਰਕਾਰਾਂ ਖਿਲਾਫ ਲੜਿਆ ਜਾ ਕੇ। ਉਹ ਸਰਕਾਰੀ ਅੱਤਵਾਦੀ ਹੋਣਾ ਹੀ ਹੈ। ਅੱਜ ਦੀ ਸਰਕਾਰ ਲਈ ਭਗਤ ਸਿੰਘ ਨੂੰ ਅੱਤਵਾਦੀ ਮੰਨਣਾ ਹੈ, ਕਿਉਂਕਿ ਭਗਤ ਸਿੰਘ ਦੇ ਵਿਚਾਰ ਨੇ ਜੋ ਅੱਜ ਦੀ ਸਰਕਾਰਾਂ ਨੇ ਉਹਨਾਂ ਦੇ ਐਂਟੀ ਨੇ, ਕਿਉਂਕਿ ਭਗਤ ਸਿੰਘ ਦੇ ਵਿਚਾਰ ਆਮ ਲੋਕਾਂ ਦੇ ਵਿਚਾਰ ਨੇ। ਇਸ ਕਰਕੇ ਭਗਤ ਸਿੰਘ ਆਮ ਲੋਕਾਂ ਦਾ, ਗਰੀਬਾਂ ਦਾ, ਕਿਸਾਨਾਂ, ਛੋਟੇ ਵਪਾਰੀਆਂ ਦਾ ਇੱਕ ਉਹ ਹੈ, ਰੋਲ ਮਾਡਲ ਹੈ। ਜਿਹੜੀ ਉਹ ਕਲਾਸ ਹੈ, ਐਲੀਟ ਕਲਾਸ ਹੈ, ਅਮੀਰ ਕਲਾਸ ਹੈ, ਉਹਨਾਂ ਭਗਤ ਸਿੰਘ ਚੁਭਣਾ ਹੈ। ਇਸ ਕਰਕੇ ਸਾਨੂੰ ਇਹ ਬਿਆਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਸਰਦਾਰ ਸਿਮਰਨ ਸਿੰਘ ਮਾਨ ਜੀ ਮਾਨਯੋਗ ਆਪਣੇ ਸਤਿਕਾਰਯੋਗ ਪਰਸਨੈਲਿਟੀ ਨੇ, ਉਹ ਪੰਜਾਬ ਦੇ ਮੁੱਦਿਆਂ 'ਤੇ ਧਿਆਨ ਦੇਣ, ਕਿਉਂਕਿ ਪੰਜਾਬ ਉੱਤੇ ਕੇਂਦਰ ਸਰਕਾਰ ਲਗਾਤਾਰ ਹਮਲੇ ਕਰ ਰਹੀ ਹੈ, ਕੇਂਦਰੀਕਰਨ ਕਰ ਰਹੀ ਹੈ। ਸਾਡਾ ਪੰਜਾਬ ਦੀ ਮਸਲਾ ਆ ਗਿਆ, ਜਿਵੇਂ ਸਾਡਾ ਨੰਗਲ ਡੈਮ, ਭਾਖੜਾ ਡੈਮ ਵਾਲਾ ਮਸਲਾ ਆ ਗਿਆ, ਚੰਡੀਗੜ੍ਹ ਵਾਲਾ ਮਸਲਾ ਆ ਗਿਆ। ਸਾਡੇ ਪੰਜਾਬ ਦੇ ਹੋਰ ਬਹੁਤ ਸਾਰੇ ਮਸਲੇ ਨੇ, ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਆ ਗਿਆ। ਸਾਨੂੰ ਸਾਰੇ ਪੰਜਾਬੀਆਂ ਨੂੰ ਰਲ ਕੇ ਉਹ ਮਸਲੇ ਲੜਨੇ ਚਾਹੀਦੇ ਨੇ, ਨਾ ਕਿ ਸਾਨੂੰ ਇੱਕ ਦੂਜੇ ਦੇ ਬਲੇਮ ਲਾ ਕੇ ਆਪਸ 'ਚ ਦੂਰ ਹੋਣਾ ਚਾਹੀਦਾ ਜੀ। ਕਿ ਸਾਡੇ ਪੰਜਾਬ ਦੇ ਨਾਇਕ ਨੇ ਭਗਤ ਸਿੰਘ। ਭਗਤ ਸਿੰਘ ਬਹੁਤ ਪੜ੍ਹੇ ਜਾਣ ਵਾਲਾ ਬੰਦਾ ਗਾ। ਭਗਤ ਸਿੰਘ ਇੱਕ ਜੇ ਇਨਸਾਨ ਨਾ ਰਹਿ ਕੇ ਉਹ ਇੱਕ ਸੋਚ ਆ ਜਿਹੜੀ ਕਿ ਨੌਜਵਾਨਾਂ ਲਈ ਇੱਕ ਵੰਗਾਰ ਦਾ ਚਿੰਨ੍ਹ ਵੀ ਬਣਦੀ ਆ, ਅਤੇ ਲੜਨ ਲਈ ਵੀ ਕਹਿੰਦੀ ਆ ਅਤੇ ਜੂਝਣ ਲਈ ਵੀ ਕਹਿੰਦੀ ਆ। ਸੋ ਇਹ ਠੀਕ ਨਹੀਂ
ਕਿ ਇਹ ਚਾਹੇ ਕੁਝ ਹੋ ਇੱਕ ਬਿਆਨ ਹੋਰ ਆਇਆ ਉਹ ਵੀ ਬਹੁਤ ਨਿੰਦਣਯੋਗ ਆ। ਚਾਹੇ ਉਹ ਕਿਹਾ ਗਿਆ ਵੀ ਉਹ 5 ਲੱਖ ਰੁਪਏ ਦੇਵਾਂਗੇ ਉਹਨਾਂ ਦੀ ਹੈ ਨਾ ਵੀ ਉਹ ਦਸਤਾਰ ਲਾ ਕੇ ਲੈ ਕੇ ਆਵੇ। ਇਹ ਪੰਜਾਬ ਦੇ ਵਿੱਚ ਫੁੱਟ ਪਾਉਣ ਵਾਲੀਆਂ ਗੱਲਾਂ ਨੇ। ਸਾਨੂੰ ਲੋੜ ਆ ਕਿ ਰੁਜ਼ਗਾਰ ਦੇ ਮਸਲੇ ਚੱਕੇ ਜਾਣ, ਸਿਹਤ ਸਹੂਲਤਾਂ ਦੇ ਮਸਲੇ ਚੱਕੇ ਜਾਣ, ਹੋਰ ਮੁੱਦੇ ਬਹੁਤ ਨੇ, ਨਸ਼ਿਆਂ ਦਾ ਮੁੱਦਾ, ਡਰੱਗ ਦਾ ਮੁੱਦਾ, ਬਾਹਰ ਜਾ ਰਹੇ ਨੇ ਲੋਕ। ਸੋ ਭਗਤ ਸਿੰਘ ਦੇ ਮੁੱਦੇ ਨੂੰ ਇਸ ਤਰ੍ਹਾਂ ਬਿਆਨ ਕਰਨਾ ਇਹ ਸਿੱਧਾ ਜਾਂ ਇਹ ਲੱਗਦਾ ਕਿ ਇਹਦੇ ਵਿੱਚ ਭਾਜਪਾ ਦੀ ਤੇ ਆਰਐਸਐਸ ਦੀ ਅਸੀਂ ਭੁਗਤ ਉਹ ਕਰ ਰਹੇ ਹਾਂ, ਉਹਦੇ ਹੱਕ ਦੇ ਵਿੱਚ ਖੜੇ ਹਾਂ। ਆਰਐਸਐਸ ਇਹ ਕਹਿੰਦੀ ਹੈ ਕਿ ਭਗਤ ਸਿੰਘ ਅੱਤਵਾਦੀ ਆ, ਊਧਮ ਸਿੰਘ ਅੱਤਵਾਦੀ ਆ, ਤੇ ਹੋਰਾਂ ਨੂੰ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਅੱਤਵਾਦੀ ਕਹਿੰਦੀ ਆਰਐਸਐਸ। ਤੋ ਇਹ ਚੰਗਾ ਨਹੀਂ ਹੈ ਕਿ ਸਾਡੇ ਨਾਇਕਾਂ ਦੇ ਉੱਤੇ ਕਿੰਤੂ ਪਰੰਤੂ ਕਰੀਏ। ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਗੋਂ ਸਾਡੇ ਜਿਹੜੇ ਪੰਜਾਬ ਦੇ ਜਿਸ ਤਰ੍ਹਾਂ ਮੁੱਦੇ ਬਣਦੇ, ਜਿਹੜੀ ਲੋੜ ਬਣਦੀ ਹੈ, ਜਿਹੜੀ ਸਾਨੂੰ ਉਸ ਦੀ ਸਿਆਸਤ ਕਰਨੀ ਚਾਹੀਦੀ ਆ। ਇਹ ਸ਼ਹੀਦਾਂ ਦੀਆਂ ਜਿਹੜੀਆਂ ਉਹਨਾਂ ਦੀ ਕਿਰਦਾਰਕੁਸ਼ੀ ਨਹੀਂ ਕਰਨੀ ਚਾਹੀਦੀ। ਆਪਾਂ ਪੜ੍ਹੇ ਲਿਖੇ, ਆਪਾਂ ਨੂੰ ਪਤਾ ਹੈ ਸਾਰਾ ਵੀ ਸਮਾਜ 'ਚ ਕੀ ਚੱਲ ਰਿਹਾ ਕੀ ਨਾ। ਕਈ ਗੱਲਾਂ ਇਹੋ ਜਿਹੀਆਂ ਆਉਂਦੀਆਂ ਨੇ ਜਿਹੜਾ ਸਮਾਜ ਦਾ ਧਿਆਨ ਇੱਕ ਮੁੱਦੇ ਤੋਂ, ਪਾਰਟੀਕੂਲਰ ਮੁੱਦਿਆਂ ਤੋਂ ਹਟਾ ਕੇ ਹੋਰ ਪਾਸੇ ਲੈ ਜਾਂਦੇ ਨੇ। ਅੱਜ ਦਾ ਜਿਹੜਾ ਮੁੱਦਾ ਚੱਲ ਰਿਹਾ ਹੈ ਸਿਮਰਜੀਤ ਮਾਨ ਜੀ ਅਲਝਿਆ ਹੋਇਆ, ਤੁਸੀਂ ਇਹਦੇ ਪਿੱਛੇ ਦੇਖੋ ਵੀ ਕਿੰਨੇ ਮੁੱਦੇ ਰੁਕ ਗਏ। ਬੇਰੁਜ਼ਗਾਰੀ ਦਾ, ਨੌਕਰੀਆਂ ਦਾ, ਇਨਫਰਾਸਟ੍ਰਕਚਰ ਦਾ, ਯੂਨੀਵਰਸਿਟੀਆਂ ਦੇ ਹਾਲਾਤ ਦਾ, ਪੰਜਾਬ ਯੂਨੀਵਰਸਿਟੀ ਦਾ, ਵੀ ਕਿੰਨੇ ਮੁੱਦੇ ਇਹਦੇ ਇਸ ਗੱਲ ਦੇ ਹੋਣ ਨਾਲ ਕਿੰਨੇ ਮੁੱਦਿਆਂ ਦਾ ਜਿਹੜਾ ਹੈ, ਜਿਹੜੇ ਲੋਕ ਮੁੱਦੇ ਮਨ 'ਚ ਲਈ ਫਿਰਦੇ ਸੀ ਉਹ ਦਬ ਗਏ। ਮੈਂ ਤਾਂ ਕਿਤੇ ਨਾ ਕਿਤੇ ਇਹ ਕਹੂੰਗਾ ਵੀ ਆਪਾਂ ਪੜ੍ਹੇ ਲਿਖੇ ਹਾਂ, ਸਮਾਜ ਹੁਣ ਇੰਟਰਨੈਟ ਆ ਗਿਆ, ਉਹਨਾਂ ਨੂੰ ਸਮਝ ਹੈ, ਤਾਂ ਜਿਹੜੀਆਂ ਬੇਸਿਕ ਚੀਜ਼ਾਂ ਨੇ ਆਪਾਂ ਨੂੰ ਉਹਨਾਂ 'ਤੇ ਹੀ ਜ਼ੋਰ ਦੇਣਾ ਚਾਹੀਦਾ ਹੈ। ਇਹ ਚੀਜ਼ਾਂ, ਇਹ ਕੰਟਰੋਵਰਸੀਆਂ ਚੱਲਦੀਆਂ ਰਹਿੰਦੀਆਂ ਨੇ। ਇਹ ਕਿਸੇ ਦੇ ਇੱਕ ਬੰਦੇ ਦੇ ਬੋਲਣ ਨਾਲ ਜਸਟੀਫਾਈ ਨਹੀਂ ਹੁੰਦੀਆਂ, ਇੱਕ ਦੇ ਬੋਲਣ ਨਾਲ ਇਹ ਚੀਜ਼ ਗਲਤ ਨਹੀਂ ਹੋ ਜਾਂਦੀ ਜਾਂ ਸਹੀ ਹੋ ਜਾਂਦੀ। ਬੇਸਿਕ ਮੁੱਦਿਆਂ ਦੀ ਗੱਲ ਉਠਾਈਏ। ਸਿਮਰਜੀਤ ਮਾਨ ਜੀ ਲੋਕ ਸਭਾ 'ਚ ਗਏ ਨੇ, ਇਹ ਚੀਜ਼ ਨੂੰ ਛੱਡ ਕੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਅੱਜ ਹਾਲਾਤ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਨੇ, ਉਹ ਵੀ ਉਹਨਾਂ ਦੇ ਮੁੱਦਿਆਂ 'ਤੇ ਗੱਲ ਕਰਨ। ਜਿਹੜੇ ਇਸ ਤਰਕ ਨੂੰ ਕਹਿ ਰਹੇ ਨੇ ਵੀ ਉਹਨਾਂ ਨੇ ਗੱਲ ਇੱਦਾਂ ਕਹੀ, ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਥੋੜ੍ਹੇ ਜਿਹੜੇ ਬੇਸਿਕ ਗੱਲਾਂ ਨੇ ਯਾਰ ਉਹਨਾਂ ਬਾਰੇ ਤਾਂ ਗੱਲ ਕਰੋ ਨਾ। ਕਿੰਨਾ ਯੂਥ ਹੈ ਕੈਨੇਡਾ ਨੂੰ ਜਾ ਰਿਹਾ ਹੈ, ਕਿੰਨਾ ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ ਹੈ, ਕਿੰਨਾ ਪੰਜਾਬ ਦਾ ਪੈਸਾ ਹੈ ਜਿਹੜੀਆਂ ਫੀਸਾਂ ਭਰਦੇ ਆ, ਇੱਕ ਸਟੂਡੈਂਟ 20 ਲੱਖ ਫੀਸ ਭਰਦਾ ਹੈ, ਤੇ ਤੁਸੀਂ ਦੇਖੋ ਵੀ ਜੇ ਆਪਾਂ ਡਾਟਾ ਕੱਢੀਏ ਤਾਂ ਅਰਬੋਂ ਰੁਪਈਆ ਪੰਜਾਬ ਦਾ ਤਾਂ ਕੈਨੇਡਾ ਵਗ ਗਿਆ। ਤੁਸੀਂ ਯਾਰ ਉਹ ਚੀਜ਼ਾਂ 'ਤੇ ਸੋਚੋ, ਕੁਛ ਨਾ ਕੁਛ ਸਟੇਟ ਲਈ ਕਰੋ। ਆਪਾਂ ਜੇ ਇਹਨਾਂ ਚੀਜ਼ਾਂ 'ਚ ਉਲਝੇ ਰਹੇ, ਇਤਿਹਾਸ ਤੇ ਪ੍ਰੈਜੈਂਟ ਦੀ ਲੜਾਈ ਚੱਲਦੀ ਰਹੀ ਤਾਂ ਫਿਊਚਰ ਆਪਣਾ ਬਹੁਤ ਮਾੜਾ ਹੋਊਗਾ। ਜਿਹੜਾ ਮਸਲਾ ਅੱਜ ਕੱਲ੍ਹ ਆਪਾਂ ਸਾਰੇ ਦੇਖ ਰਹੇ ਹਾਂ ਟੀਵੀ ਤੇ ਜਾਂ ਸੋਸ਼ਲ ਮੀਡੀਆ ਤੇ ਵੀ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਭਗਤ ਸਿੰਘ ਦੇ ਉਲਟ ਜਿਵੇਂ ਕਹ ਲਓ ਵੀ ਵਿਚਾਰ ਆਪਦੇ ਪੇਸ਼ ਕੀਤੇ ਨੇ। ਅਗਰ ਜੇਕਰ ਵੀ ਸਿੱਖ ਕੌਮ ਆ ਜਿਹੜੀ ਆਪਣੀ ਸਿੱਖ ਆਪਾਂ ਨੂੰ ਸਿੱਖ ਹੋਣ ਦੇ ਨਾਤੇ ਸਰਦਾਰ ਸਿਮਰਜੀਤ ਸਿੰਘ ਉਹਨਾਂ ਦਾ ਸਾਥ ਦੇਣਾ ਚਾਹੀਦਾ ਆਪਾਂ ਨੂੰ। ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਕੋਰਡਿੰਗ ਆਪਾਂ ਰਾਜ ਕਰਨਾ ਚਾਹੁੰਦੇ ਹਾਂ ਫਿਰ ਤੋਂ, ਤਾਂ ਆਪਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਦਾ ਖੰਡਨ ਕਰਨਾ ਹੀ ਪੈਣਾ। ਤਾਂ ਹੀ ਉਹ ਖਾਲਸਾ ਰਾਜ ਦੀ ਨੀਂਹ ਧਰੀ ਜਾਊਗੀ। ਬਾਕੀ ਸਿਮਰਜੀਤ ਸਿੰਘ ਮਾਨ ਬਾਰੇ ਜਿੰਨਾ ਕੁ ਵੀ ਆਪਣੇ ਖਾਲਸਾ ਪੰਥ ਜਾਂ ਖਾਲਸਾ ਜਗਤ ਜਾਣਦਾ, ਉਹ ਸਭ ਚੰਗੀ ਤਰ੍ਹਾਂ ਜਾਣਦੇ ਨੇ ਵੀ ਸਿਮਰਜੀਤ ਸਿੰਘ ਮਾਨ ਕੀ ਸ਼ੈ ਨੇ ਜਾਂ ਕੀ ਚੀਜ਼ ਨੇ, ਅਤੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਨਾਲ ਹਿੱਕ ਡਾਹ ਕੇ ਖੜਨਾ ਚਾਹੀਦਾ। ਇਹਨਾਂ ਦੇ ਬਿਆਨ ਤੁਸੀਂ ਸੁਣ ਲਏ ਨੇ, ਇਹਨਾਂ ਦਾ ਜੋ ਰੋਸ ਹੈ, ਜੋ ਇਹਨਾਂ ਦੇ ਪੱਖ ਨੇ, ਉਹ ਅਸੀਂ ਤੁਹਾਡੇ ਸਾਹਮਣੇ ਰੱਖਦੇ ਆ। ਤੁਸੀਂ ਔਨ 에ਅਰ ਦੇ ਨਾਲ ਜੁੜੇ ਰਹੋ। ਅਗਲੇ ਮੁੱਦਿਆਂ 'ਤੇ ਹੋਰ ਅਸੀਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ।